ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਹਮ ਤਾਰੇ ਭਿਖਾਰੀ ਜੀਓ। ਮੈਂ ਕਿਆ ਮੰਗੂ ਕਿਛ ਥਿਰ ਨ ਰਹਾਈ। ਮੈਂ ਕਿਆ ਮੰਗੂ ਕਿਛ ਥਿਰ ਨ ਰਹਾਈ। ਹਰਿ ਦੀਜੈ ਨਾਮ ਪਿਆਰੀ ਜੀਓ। ਮੈਂ ਕਿਆ ਮੰਗੂ ਕਿਛ ਥਿਰ ਨ ਰਹਾਈ। ਹਰਿ ਦੀਜੈ ਨਾਮ ਪਿਆਰੀ ਜੀਓ। ਇਕ ਮਨ ਪੁਰਖ ਧਿਆਏ ਬਰਦਾਤਾ। ਸੰਤ ਸਹਾਰ ਸਦਾ ਬਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਉ। ਤਉ ਪਰਮ ਗੁਰੂ ਨਾਨਕ ਗੁਣ ਗਾਉ। ਤਾਸ ਚਰਨ ਲੈ ਹਿਰਦੈ ਬਸਾਉ। ਤਉ ਪਰਮ ਗੁਰੂ ਨਾਨਕ ਗੁਣ ਗਾਉ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ। ਦੁਰਤ ਨਿਵਾਰਨ ਸ਼ਬਦ ਸਰੇ। ਗਾਵੈ ਗੰਭੀਰ ਧੀਰ ਮਤ ਸਾਗਰ। ਜੋਗੀ ਜੰਗਮ ਧਿਆਨ ਧਰੇ। ਗਾਵੈ ਇੰਦਰਾਦ ਭਗਤ ਪ੍ਰਹਿਲਾਦਕ। ਆਤਮ ਰਸ ਜਿਨ ਜਾਣਿਓ। ਕਬ ਕਲ ਸੁਜਾਸ ਗਾਵੋ ਗੁਰੂ ਨਾਨਕ। ਰਾਜ ਜੋਗ ਜਿਨ ਮਾਣਿਓ। ਗਾਵੈ ਇੰਦਰਾਦ ਭਗਤ ਪ੍ਰਹਿਲਾਦਕ। ਆਤਮ ਰਸ ਜਿਨ ਜਾਣਿਓ। ਕਬ ਕਲ ਸੁਜਾਸ ਗਾਵੋ ਗੁਰੂ ਨਾਨਕ। ਰਾਜ ਜੋਗ ਜਿਨ ਮਾਣਿਓ। ਸਤਿਜੁਗ ਤੈ ਮਾਣਿਓ। ਛਲਿਓ ਬਲ ਬਾਵਨ ਭਾਇਓ। ਤ੍ਰੇਤਾ ਤੈ ਮਾਣਿਓ। ਰਾਮ ਰਘੁਬੰਸ ਕਹਾਇਓ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਉਗਰ ਸੈਣ ਕੋ ਰਾਜ ਆਪ ਭਗਤੈ ਜਨ ਦਿਓ। ਕਲ ਜੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ। ਸ੍ਰੀ ਗੁਰੂ ਰਾਜ ਅਬ ਚਲ ਅਟਲ। ਆਦਿ ਪੁਰਖ ਫਰਮਾਇਓ। ਕਲ ਜੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ। ਸ੍ਰੀ ਗੁਰੂ ਰਾਜ ਅਬ ਚਲ ਅਟਲ। ਆਦਿ ਪੁਰਖ ਫਰਮਾਇਓ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ।
ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੂੰ। ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਬਰਨ ਨਾ ਸਾਕੂੰ। ਤੂੰ ਠਾਕੁਰ ਊਚ ਭਗਵਾਨਾ। ਜੁਗ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਏਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਚਰਨ ਸ਼ਰਨ ਵਿਖੇ ਰਾਤਰੀ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਸਨਮਾਨ ਔਰ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ, ਗੁਰੂ ਸਾਹਿਬ ਜੀ ਨੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਹਨ। ਸਾਨੂੰ ਆਪਣੀ ਸੁਭਾਗ ਹਜ਼ੂਰੀ ਦੀ ਦਾਤ, ਗੋਦ ਦੀ ਦਾਤ, ਚਰਨ ਸ਼ਰਨ ਦੀ ਦਾਤ ਬਖਸ਼ੀ ਔਰ ਸੰਧਿਆ ਵੇਲੇ ਦੀਆਂ ਇਹਨਾਂ ਘੜੀਆਂ ਨੂੰ ਸਕਾਰਤ ਬਣਾਉਂਦਿਆਂ ਹੋਇਆਂ ਗੁਰੂ ਘਰ ਦੇ ਸਨਮਾਨ ਸਤਿਕਾਰਯੋਗ ਕੀਰਤਨੀਆਂ ਪਾਸੋਂ ਪਾਵਨ ਔਰ ਪਵਿੱਤਰ ਬਾਣੀ ਦੇ ਸ਼ਬਦ ਕੀਰਤਨ ਪਿਆਰ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ। ਦੋ ਸ਼ਬਦ ਆਪ ਸੰਗਤਾਂ ਦੇ ਨਾਲ ਭਾਈ ਸਾਹਿਬ ਜੀ ਨੇ ਸਾਂਝੇ ਕੀਤੇ ਸੁਖਮਨੀ ਸਾਹਿਬ ਬਾਣੀ 'ਚੋਂ। ਪ੍ਰਥਮ ਟੂਟੀ ਗੰਢ ਨਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ। ਔਰ ਦੂਜਾ ਸ਼ਬਦ ਕਿਨਕਾ ਏਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਇੱਕ ਕਿਣਕਾ ਮਾਤਰ ਵੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਿਸ ਹਿਰਦੇ 'ਚ ਵਸ ਜਾਂਦਾ ਹੈ, ਉਹ ਨਾਮੀ ਪੁਰਖ ਨਾਮ ਨੂੰ ਅੰਦਰ ਵਸਾਉਣ ਵਾਲਾ ਉਹ ਵੀ ਬੜਾ ਉੱਚਾ ਔਰ ਬੜਾ ਮਹਾਨ ਬਣਦਾ ਹੈ। ਕਿੰਨਾ ਮਹਾਨ, ਕਿੰਨਾ ਉੱਚਾ, ਕਿੰਨਾ ਉੱਤਮ। ਮਹਾਰਾਜ ਕਹਿੰਦੇ ਤਾਂ ਕਿ ਉਸ ਮਨੁੱਖ ਦੀ ਜੋ ਮਹਿਮਾ ਹੈ ਬਿਆਨ ਨਹੀਂ ਕੀਤੀ ਜਾ ਸਕਦੀ ਹੈ। ਸੋ ਇਹ ਬਚਨ ਸੁਖਮਨੀ ਸਾਹਿਬ ਦੇ ਕੀਰਤਨ ਰੂਪ 'ਚ ਆਪ ਜੀ ਨੇ ਸ਼ਰਵਣ ਕੀਤੇ ਨੇ। ਉਪਰੰਤ ਆਓ ਜੋ ਗੁਰਬਾਣੀ ਵਿਚਾਰ ਦੀ ਲੜੀ ਚੱਲ ਰਹੀ ਹੈ, ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸ਼ਲੋਕ ਵਿਚਾਰ ਸਹਿਤ ਆਪ ਜੀ ਰੋਜ਼ਾਨਾ ਸ਼ਰਵਣ ਕਰਦੇ ਹੋ। ਤਿੰਨਾਂ ਦੀ ਵਿਚਾਰ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ, ਅਦਬ ਸਹਿਤ, ਪਿਆਰ ਸਹਿਤ। ਫਤਿਹ ਦਾ ਜਵਾਬ ਫਤਿਹ 'ਚ ਦੇਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ 222 ਸ਼ਲੋਕਾਂ ਤੱਕ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ ਹੈ। ਔਰ ਇਸੇ ਲੜੀ ਅਧੀਨ ਅਗਲੇਰੇ ਬਚਨ ਜਿੰਨੀ ਜੀ ਸੇਵਾ ਸਤਿਗੁਰੂ ਜੀ ਸਹਾਈ ਹੋ ਕੇ ਲੈਣਗੇ ਉਹ ਆਪਾਂ ਅੱਜ ਦੇ ਦੀਵਾਨਾਂ 'ਚ ਵਿਚਾਰਨਾ ਹੈ। ਕੱਲ੍ਹ ਜਿੱਥੋਂ ਵਿਚਾਰ ਨੂੰ ਸੰਕੋਚਿਆ ਸੀ 122 ਨੰਬਰ ਸ਼ਲੋਕ, ਜਿਸ ਸ਼ਲੋਕ ਰਾਹੀਂ ਮਹਾਰਾਜ ਨੇ ਇਹ ਸਮਝਾਇਆ ਕਿ ਇਹ ਜਿਹੜਾ ਸਾਡਾ ਸਰੀਰ ਹੈ ਨਾ, ਇਹ ਕੱਚੇ ਭਾਂਡੇ ਦੀ ਤਰ੍ਹਾਂ ਹੈ। ਔਰ ਕੱਚਾ ਭਾਂਡਾ ਹੈ, ਮਿੱਟੀ ਦਾ ਬਣਿਆ ਹੋਇਆ, ਅਤੇ ਜੇ ਇਹਨੂੰ ਬਚਾ ਕੇ ਰੱਖਣਾ ਚਾਹੁੰਦੇ ਹਾਂ ਵਿਕਾਰਾਂ ਦੀ ਮਾਰ ਤੋਂ, ਵਿਕਾਰਾਂ ਦੀਆਂ ਸੱਟਾਂ ਤੋਂ, ਵਿਕਾਰਾਂ ਦੇ ਛੇਕਾਂ ਤੋਂ, ਅਤੇ ਫਿਰ ਇੱਕੋ ਇੱਕ ਤਰੀਕਾ ਹੈ ਪਰਮਾਤਮਾ ਨੂੰ ਧਿਆਵੋ, ਨਿਰੰਕਾਰ ਨੂੰ ਹਿਰਦੇ 'ਚ ਅੰਦਰ ਮਨ 'ਚ ਵਸਾਓ, ਜੀਵਨ 'ਚ ਵਸਾਓ।
ਕਿਉਂਕਿ ਜਿਸ ਹਿਰਦੇ 'ਚ ਮਾਲਕ ਵਰਤ ਗਿਆ ਉੱਥੇ ਫਿਰ ਵਿਕਾਰਾਂ ਦਾ ਪ੍ਰਭਾਵ ਨਹੀਂ ਹੈ। ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ, ਦੂਤੈ ਦਹਿਨ ਭਇਆ ਗੋਬਿੰਦ ਪ੍ਰਗਟਾਇਆ। ਜਿਸ ਹਿਰਦੇ 'ਚ ਉਹ ਗੋਬਿੰਦ ਪ੍ਰਗਟ ਹੋ ਗਿਆ, ਅਕਾਲ ਪੁਰਖ ਵਾਹਿਗੁਰੂ ਪ੍ਰਗਟ ਹੋ ਗਿਆ, ਉਹ ਫਿਰ ਹਿਰਦਾ ਐਨ ਰੱਬੀ ਗਿਆਨ, ਰੱਬੀ ਬਖਸ਼ਿਸ਼, ਰੱਬੀ ਰਹਿਮਤ ਦੇ ਨਾਲ ਰੋਸ਼ਨ ਹੋ ਜਾਂਦਾ ਹੈ। ਉੱਥੇ ਫਿਰ ਕਿਸੇ ਵਿਕਾਰ ਦੀ ਇੰਨੀ ਹਿੰਮਤ ਨਹੀਂ ਪੈਂਦੀ ਹੈ। ਉਸ ਕਾਇਆ ਤੇ ਉਸ ਸਰੀਰ 'ਤੇ ਵਿਕਾਰ ਦਾ ਕੋਈ ਜ਼ੋਰ ਨਹੀਂ ਪੈਂਦਾ ਜਿੱਥੇ ਰਖਵਾਲਾ ਗੋਬਿੰਦ ਰਾਏ ਬਣਦਾ ਹੈ, ਮਾਲਕ ਸਹਾਈ ਹੁੰਦਾ ਹੈ। ਸੋ ਮਹਾਰਾਜ ਕਹਿੰਦੇ ਜੇ ਵਿਕਾਰਾਂ ਦੀ ਸੱਟ ਤੋਂ, ਵਿਕਾਰਾਂ ਦੀ ਮਾਰ ਤੋਂ ਇਸ ਕਾਇਆ ਰੂਪੀ ਕੱਚੇ ਭਾਂਡੇ ਨੂੰ ਬਚਾਉਣਾ ਹੈ, ਇੱਕੋ ਇੱਕ ਤਰੀਕਾ ਹੈ ਪਰਮਾਤਮਾ ਨੂੰ ਧਿਆਉਣਾ, ਉਹਦਾ ਸਿਮਰਨ। ਇਸ ਤੋਂ ਅੱਗੇ 223 ਨੰਬਰ ਸ਼ਲੋਕ 'ਚ ਅੱਜ ਕਬੀਰ ਸਾਹਿਬ ਫੁਰਮਾਨ ਕਰਦੇ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ। ਇਹ ਜਿਹੜਾ ਕੇਸ਼ੋ ਸ਼ਬਦ ਹੈ, ਇਹਦਾ ਭਾਵ ਹੈ ਇਹ ਕੇਸ਼ਵ ਤੋਂ ਬਣਿਆ ਹੈ, ਭਾਵ ਲੰਮੇ ਕੇਸਾਂ ਵਾਲਾ। ਗੁਰਬਾਣੀ 'ਚ ਸਤਿਗੁਰੂ ਜੀ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਬੇਅੰਤ ਨਾਵਾਂ ਦੇ ਨਾਲ ਸੰਬੋਧਨ ਕੀਤਾ, ਯਾਦ ਕੀਤਾ ਹੈ, ਸਿਮਰਿਆ ਹੈ। ਔਰ ਬਲਿਹਾਰੈ ਜਾਊਂ ਜੇਤੇ ਤੇਰੇ ਨਾਮ, ਇਹ ਬਚਨ ਵੀ ਆਉਂਦੇ ਹਨ। ਤੇ ਮਾਲਕ ਦੇ ਵੇਖੋ ਅਨੇਕਾਂ ਨਾਮ ਹਨ, ਮਾਲਕ ਭਾਵੇਂ ਇੱਕ ਹੈ। ਉਹਦੇ ਸੁਭਾਅ ਨੂੰ ਵੇਖ ਕੇ, ਉਹਦੀਆਂ ਬਖਸ਼ਿਸ਼ਾਂ ਨੂੰ ਵੇਖ ਕੇ, ਉਹਦੀ ਤਾਕਤ ਨੂੰ ਵੇਖ ਕੇ ਤੇ ਅਵਤਾਰੀ ਪੁਰਖਾਂ ਨੇ ਵੱਖਰੇ ਵੱਖਰੇ ਨਾਵਾਂ ਦੇ ਨਾਲ ਮਾਲਕ ਨੂੰ ਸੰਬੋਧਨ ਕੀਤਾ ਹੈ। ਪਰਮਾਤਮਾ ਇੱਕ ਹੈ, ਉਹਦੇ ਨਾਮ ਅਨੇਕਾਂ ਹਨ। ਤੇ ਸਤਿਗੁਰੂ ਬਾਣੀ 'ਚ ਰੱਬੀ ਸਰੂਪ ਦੀ ਜਿੱਥੇ ਗੱਲ ਕਰਦੇ ਨੇ, ਇੱਕ ਤੇ ਮਹਾਰਾਜ ਨੇ ਇਹ ਵਿਚਾਰ ਕਹੀ ਕਿ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਉਹਦੇ ਦੋ ਰੂਪ ਹਨ, ਇੱਕ ਸਰਗੁਣ ਸਰੂਪ, ਇੱਕ ਨਿਰਗੁਣ ਸਰੂਪ। ਨਿਰਗੁਣ ਦਾ ਭਾਵ ਹੈ ਕਿ ਉਹ ਸਰੂਪ ਜਿਸ ਸਰੂਪ ਦਾ ਕੋਈ ਸਰੀਰ ਨਹੀਂ ਹੈ, ਆਕਾਰ ਨਹੀਂ ਹੈ। ਆਪਾਂ ਇੱਦਾਂ ਕਹਿ ਸਕਦੇ ਹਾਂ, ਜਿਹੜੇ ਸਰੂਪ ਦੀ ਗੱਲ ਸਤਿਗੁਰੂ ਮੂਲ ਮੰਤਰ 'ਚ ਕਰਦੇ ਹਨ, ਉਹ ਪਰਮਾਤਮਾ ਦੇ ਸਰਗੁਣ ਨਿਰਗੁਣ ਸਰੂਪ ਦੀ ਵਿਆਖਿਆ ਹੈ। ਉਹ ਇੱਕ ਹੈ, ਸਰਬ ਵਿਆਪਕ ਹੈ, ਜਨਮ ਤੋਂ ਰਹਿਤ ਹੈ, ਮੌਤ ਤੋਂ ਰਹਿਤ ਹੈ, ਕਾਲ ਦੇ ਪ੍ਰਭਾਵ ਤੋਂ ਰਹਿਤ ਹੈ, ਨਾ ਡਰ ਹੈ ਉਹਨੂੰ ਕਿਸੇ ਦਾ, ਨਾ ਉਹਦਾ ਕਿਸੇ ਨਾਲ ਵੈਰ ਹੈ। ਨਿਰਗੁਣ ਸਰੂਪ ਦਾ ਭਾਵ ਜਿਹਦਾ ਕੋਈ ਆਕਾਰ ਨਹੀਂ ਹੈ, ਕੋਈ ਕਾਇਆ ਨਹੀਂ ਹੈ, ਅਦ੍ਰਿਸ਼ਟ, ਅਗੋਚਰ, ਇੱਦਾਂ ਦੇ ਕਿੰਨੇ ਨਾਮ ਉਹ ਸਰੂਪ ਦੇ ਲਈ ਵਰਤੇ ਗਏ ਹਨ। ਇੱਕ ਹੈ ਮਾਲਕ ਦਾ ਸਰਗੁਣ ਸਰੂਪ। ਸਰਗੁਣ ਸਰੂਪ ਦਾ ਭਾਵ ਹੈ ਆਕਾਰ ਸਹਿਤ, ਕਿਉਂਕਿ ਇਹ ਜਿੰਨਾ ਸਮੁੱਚਾ ਸੰਸਾਰ ਰੂਪੀ ਪਸਾਰਾ ਹੈ, ਇਹ ਪਰਮਾਤਮਾ ਦਾ ਹੀ ਹੈ। ਪਰਮਾਤਮਾ ਹਰ ਜ਼ਰਰੇ ਅੰਦਰ, ਹਰ ਸਰੀਰ ਅੰਦਰ, ਹਰ ਕਣ ਅੰਦਰ ਵਿਆਪਕ ਹੈ। ਸੋ ਬ੍ਰਹਮ ਰੂਪ ਹੀ ਇਹ ਸਾਰੇ ਪਾਸੇ ਪਸਰਿਆ ਹੋਇਆ ਹੈ। ਇਹ ਸਰਗੁਣ ਰੂਪ ਉਹਦਾ ਬਣ ਗਿਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ 'ਚ ਰੱਬੀ ਸਰੂਪ ਦੀ ਗੱਲ ਕਰਦਿਆਂ ਇਹ ਬਚਨ ਕਹੇ ਨੇ, ਸੋਹਣਾ ਨੱਕ ਜਿਨ ਲੰਬੜੇ ਵਾਲਾ। ਕਿਧਰੇ ਇਹ ਵੀ ਕਿਹਾ ਗਿਆ ਹੈ, ਨਮਸਤੰ ਅਕਾਏ, ਹੇ ਵਾਹਿਗੁਰੂ ਤੈਨੂੰ ਨਮਸਕਾਰ ਹੈ, ਤੂੰ ਕਾਇਆ ਤੋਂ ਰਹਿਤ ਹੈ, ਤੇਰਾ ਕੋਈ ਸਰੀਰ ਨਹੀਂ ਹੈ। ਦੂਜੇ ਪਾਸੇ ਮਹਾਰਾਜ ਨੇ ਉਹ ਰੱਬੀ ਸਰੂਪ, ਉਹਦੀ ਉਸ ਤਰੀਕੇ ਦੇ ਨਾਲ ਵੀ ਗੱਲ ਕੀਤੀ ਹੈ ਜਿਵੇਂ ਇੱਕ ਪੰਜ ਭੂਤਕ ਕਾਇਆ ਸਰੀਰ ਹੁੰਦਾ ਹੈ। ਤੇ ਉਸ ਸਰੀਰ ਰੂਪ ਸਰੂਪ ਦੀ ਗੱਲ, ਸਰਗੁਣ ਸਰੂਪ ਦੀ ਗੱਲ ਕਰਦਿਆਂ ਮਹਾਰਾਜ ਕਹਿੰਦੇ ਉਹ ਪਰਮਾਤਮਾ ਦੇ ਸੋਹਣੇ ਲੰਮੇ ਵਾਲ ਹਨ। ਤੇ ਇਹ ਜਿਹੜਾ ਕੇਸ਼ੋ ਸ਼ਬਦ ਹੈ, ਇਹ ਵੀ ਪਰਮਾਤਮਾ ਦੇ ਉਸੇ ਸਰੂਪ 'ਚੋਂ ਨਿਕਲਿਆ ਹੋਇਆ ਇੱਕ ਨਾਮ ਹੈ, ਸੋਹਣੇ ਲੰਮੇ ਕੇਸਾਂ ਵਾਲਾ। ਕਿਉਂਕਿ ਜਿੰਨੇ ਵੀ ਇਹ ਸਾਡੇ ਸਭ ਦੇ ਵੀ ਕੇਸ ਹਨ, ਇਹ ਹੈ ਤੇ ਆਖਰ ਰੱਬ ਦੇ ਹੀ ਬਖਸ਼ੇ ਹੋਏ ਹਨ।
ਰੱਬ ਦੀ ਦਾਤ ਹੈ। ਕਬੀਰ ਸਾਹਿਬ ਕਹਿੰਦੇ ਕੇਸੋ ਕੇਸੋ ਕੂਕੀਐ, ਭਾਵ ਉਹ ਜਿਹੜਾ ਸੋਹਣੇ ਕੇਸਾਂ ਵਾਲਾ ਪਰਮਾਤਮਾ ਹੈ ਉਹਨੂੰ ਹਮੇਸ਼ਾ ਯਾਦ ਰੱਖਣਾ ਹੈ। ਕੂਕੀਏ ਦਾ ਮਤਲਬ ਹੈ ਯਾਦ ਕਰਨਾ। ਕਵਿਤਾ ਰੂਪ ਦੇ ਵਿੱਚ ਇਹ ਵੱਖਰੇ ਵੱਖਰੇ ਲਫ਼ਜ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਰਤੇ ਹਨ, ਵੱਖਰੇ ਵੱਖਰੇ ਸ਼ਬਦ ਵਰਤੇ ਹਨ। ਨਾ ਸੋਈ ਹੈ ਆਸਾਰ, ਤੇ ਕਹਿੰਦੇ ਹਮੇਸ਼ਾ ਉਹਨੂੰ ਯਾਦ ਰੱਖਣਾ, ਕਦੇ ਵੀ ਗਾਫਲ ਹੋ ਕੇ ਗਫਲਤ ਦੀ ਨੀਂਦਰ ਦੇ ਵਿੱਚ ਸੌਣਾ ਨਹੀਂ ਹੈ, ਭਾਵ ਰੱਬ ਨੂੰ ਭੁਲਾਉਣਾ ਨਹੀਂ ਹੈ, ਹਮੇਸ਼ਾ ਪਰਮਾਤਮਾ ਨੂੰ ਯਾਦ ਰੱਖਣਾ ਹੈ। ਇਹ ਕੂਕਣ ਦਾ ਭਾਵ ਮਤਲਬ ਹੈ ਉਹਨੂੰ ਯਾਦ ਰੱਖਣਾ। ਇਹਦਾ ਇਹ ਮਤਲਬ ਨਹੀਂ ਕਿ ਉੱਚੀ ਉੱਚੀ ਹੋਕਾ ਦੇਣ ਦੀ ਗੱਲ ਕੋਈ ਇੱਥੇ ਕਹਿ ਰਹੇ ਨੇ, ਕਿਉਂਕਿ ਜਦੋਂ ਆਪਾਂ ਬਾਣੀ ਦਾ ਸਮੁੱਚਾ ਸਿਧਾਂਤ ਪੜ੍ਹਦੇ ਹਾਂ ਤੇ ਉੱਥੇ ਸਿਮਰਨ ਦਾ ਭਾਵ ਹੈ ਚੇਤਾ, ਹਮੇਸ਼ਾ ਵਾਹਿਗੁਰੂ ਨੂੰ ਯਾਦ ਰੱਖਣਾ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਪਿਛਲੇ ਸਲੋਕਾਂ 'ਚ ਇਹ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ ਕਿ ਹੱਥਾਂ ਪੈਰਾਂ ਦੇ ਨਾਲ ਕਿਰਤ ਕਰੋ ਅਤੇ ਜਿਹੜਾ ਚਿੱਤ ਹੈ, ਜਿਹੜਾ ਧਿਆਨ ਹੈ, ਉਹ ਪਰਮਾਤਮਾ ਦੇ ਨਾਮ 'ਚ, ਉਹਦੀ ਇਬਾਦਤ, ਉਹਦੀ ਬੰਦਗੀ 'ਚ ਜੁੜਿਆ ਹੋਵੇ। ਤੇ ਮਹਾਰਾਜ ਕਹਿੰਦੇ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ, ਕਬਹੂ ਕੇ ਸੁਣੈ ਪੁਕਾਰ। ਜਦੋਂ ਆਪਾਂ ਦਿਨ ਰਾਤ ਉਸ ਪਰਮਾਤਮਾ ਨੂੰ ਆਰਾਧਾਂਗੇ, ਯਾਦ ਰੱਖਾਂਗੇ, ਚੇਤੇ ਰੱਖਾਂਗੇ, ਔਰ ਦਿਨ ਰਾਤ ਦੀਨ ਬਣ ਕੇ ਮਾਲਕ ਦੇ ਦਰ 'ਤੇ ਅਰਦਾਸ ਕਰਾਂਗੇ ਤੇ ਕਦੇ ਨਾ ਕਦੇ ਤੇ ਉਹ ਮਾਲਕ ਫਿਰ ਜ਼ਰੂਰ ਸਾਡੀ ਪੁਕਾਰ ਤੇ ਸਾਡੀ ਅਰਦਾਸ ਸੁਣੇਗਾ। ਪਰ ਕਦੋਂ? ਜਦੋਂ ਆਪਾਂ ਦਿਨ ਰਾਤ ਉਹਦਾ ਧਿਆਨ ਧਰ ਕੇ ਦੀਨ ਬਣ ਕੇ, ਨਿਮਾਣੇ ਬਣ ਕੇ ਮਾਲਕ ਅੱਗੇ ਅਰਦਾਸ ਕਰਾਂਗੇ, ਫਿਰ ਮਾਲਕ ਦੇ ਦਰ 'ਤੇ ਜ਼ਰੂਰ ਅਰਦਾਸ ਸੁਣੀ ਜਾਏਗੀ। ਅਰਦਾਸ ਦਾਤੇ ਦੇ ਦਰ 'ਤੇ ਕਿੱਦਾਂ ਕਬੂਲ ਪੈ ਸਕਦੀ ਹੈ? ਇਹਦੇ ਸਤਿਗੁਰੂ ਨੇ ਬਾਣੀ 'ਚ ਕੁਝ ਨੁਕਤੇ, ਕੁਝ ਤਰੀਕੇ, ਕੁਝ ਜੁਗਤੀਆਂ ਸਾਨੂੰ ਦੱਸੀਆਂ ਨੇ। ਕੁਝ ਚੀਜ਼ਾਂ ਸਾਨੂੰ ਇਤਿਹਾਸ 'ਚੋਂ ਵੀ ਸਿੱਖਣ ਦੇ ਲਈ ਮਿਲਦੀਆਂ ਹਨ, ਜਿਨ੍ਹਾਂ ਦੀਆਂ ਅਰਦਾਸਾਂ ਗੁਰੂ ਕੇ ਦਰ 'ਤੇ ਕਬੂਲ ਪਈਆਂ ਨੇ। ਉਹਨਾਂ ਦਾ ਜੀਵਨ ਕਿੱਦਾਂ ਦਾ ਸੀ, ਇਹ ਆਪਾਂ ਇਤਿਹਾਸ ਤੋਂ ਪੜ੍ਹ ਸਕਦੇ ਹਾਂ। ਮਹਾਰਾਜ ਕਹਿੰਦੇ ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ। ਜੇ ਸਾਡੀ ਅਰਦਾਸ ਅੰਦਰ ਸੱਚਾਈ ਹੈ। ਦੂਜੇ ਨੰਬਰ 'ਤੇ ਸੰਤੋਖ ਹੈ। ਤੀਜੇ ਨੰਬਰ 'ਤੇ ਸਾਡੇ ਅਰਦਾਸ 'ਚ ਇੱਕ ਵਿਸ਼ਵਾਸ, ਇੱਕ ਭਰੋਸਾ ਜ਼ਰੂਰ ਹੋਣਾ ਚਾਹੀਦਾ ਹੈ। ਪ੍ਰਤੀਤ, ਪ੍ਰੀਤ ਵੀ ਹੋਵੇ, ਪ੍ਰਤੀਤ ਵੀ ਹੋਵੇ। ਮਾਤਾ ਭਾਗ ਭਰੀ ਕਸ਼ਮੀਰ ਬੈਠੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਰਾਧਦੀ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਉੱਥੇ ਪਹੁੰਚ ਗਏ। ਹੁਣ ਉਹ ਮਾਤਾ ਦੀ ਅਰਦਾਸ ਅੰਦਰ ਪ੍ਰੀਤ ਵੀ ਹੈ ਤੇ ਪ੍ਰਤੀਤ ਵੀ ਹੈ, ਭਰੋਸਾ ਹੈ ਕਿ ਗੁਰੂ ਮੇਰਾ ਸੁਣਨ ਵਾਲਾ ਹੈ ਤੇ ਇੱਕ ਨਾ ਇੱਕ ਦਿਨ ਸਤਿਗੁਰੂ ਨੇ ਜ਼ਰੂਰ ਸੁਣਨੀ ਹੈ ਤੇ ਮੇਰੀ ਅਰਦਾਸ ਸੁਣ ਕੇ ਗੁਰੂ ਨੇ ਦਰਸ਼ਨ ਦੀਦਾਰ ਬਖਸ਼ਣੇ ਹਨ। ਵੇਖੋ, ਉਸ ਅਰਦਾਸ ਦੇ ਵਿੱਚ ਕੋਈ ਬਾਹਰ ਦੇ ਪਦਾਰਥਾਂ ਦੀ ਭੁੱਖ ਨਹੀਂ ਹੈ। ਉਸ ਅਰਦਾਸ ਦੇ ਵਿੱਚ ਕੋਈ ਦੁਨੀਆ ਦੀ ਦੌਲਤ ਸ਼ੌਹਰਤ ਦੀ ਗੱਲ ਨਹੀਂ ਹੈ। ਉਸ ਅਰਦਾਸ ਦੇ ਵਿੱਚ ਮਾਲਕ ਦੇ ਮਿਲਾਪ ਦੀ, ਗੁਰੂ ਦੇ ਦੀਦਾਰ ਦੀ ਮੰਗ ਹੈ। ਤੇ ਜਿਹਨੂੰ ਗੁਰੂ ਮਿਲ ਗਿਆ ਉਹਨੂੰ ਸਮਝੋ ਸਾਰਾ ਕੁਝ ਮਿਲ ਗਿਆ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲక్ష్ਮੀ ਤੋਟ ਨਾ ਆਵਈ, ਖਾਏ ਖਰਚ ਰਹੰਦਾ। ਜਦੋਂ ਉਹ ਮਾਲਕ ਹੀ ਕਿਸੇ ਤੇ ਤਰੁੱਠ ਗਿਆ, ਉਹਨੂੰ ਫਿਰ ਪਦਾਰਥਾਂ ਦਾ, ਦੁਨਿਆਵੀ ਮਾਣ ਸਨਮਾਨ, ਵਡਿਆਈ ਦਾ ਕੋਈ ਕਿਸੇ ਤਰ੍ਹਾਂ ਦਾ ਘਾਟਾ ਨਹੀਂ ਜੇ ਰਹਿੰਦਾ, ਜਿਹਦੇ ਤੇ ਗੁਰੂ ਤਰੁੱਠ ਪੈਂਦਾ ਹੈ। ਕਿਉਂਕਿ ਇਹ ਬਾਕੀ ਸਭ ਚੀਜ਼ਾਂ ਤੇ ਮਾਲਕ ਦੇ ਪਰਛਾਵੇਂ ਦੀ ਤਰ੍ਹਾਂ ਹਨ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਬੰਦੀ ਛੋੜ ਦਿਵਸ ਆ ਰਿਹਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲੇ ਦੇ ਵਿੱਚ ਨਜ਼ਰਬੰਦ ਰਹੇ ਤੇ ਉੱਥੇ ਇੱਕ ਤੇ ਉਹ 52 ਰਾਜੇ ਸਨ, ਜਿਨ੍ਹਾਂ ਨੂੰ ਮੁਗਲਿਆ ਹਕੂਮਤ ਨੇ ਉਸ ਕਿਲੇ ਦੇ ਅੰਦਰ ਬੰਦ ਕੀਤਾ ਹੋਇਆ ਸੀ। ਵੱਖ ਵੱਖ ਰਿਆਸਤਾਂ 'ਤੇ ਮੁਗਲਿਆ ਹਕੂਮਤ ਨੇ ਕਬਜ਼ਾ ਕਰਕੇ ਤੇ ਜਿਹੜੇ ਰਾਜੇ ਸਨ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ, ਕੈਦ ਕਰ ਦਿੱਤਾ ਗਿਆ ਗਵਾਲੀਅਰ ਦੇ ਕਿਲੇ 'ਚ।
ਤੇ ਇਹ ਜਿਹੜਾ ਕਿਲਾ ਹੈ ਗਵਾਲੀਅਰ ਦਾ, ਇਸ ਕਿਲੇ ਦੀ ਸਮੁੱਚੀ ਜਿਹੜੀ ਨਿਗਰਾਨੀ ਕਰਦਾ ਸੀ ਉਹ ਹੈ ਹਰਿਦਾਸ ਨਾਮਕ ਕੁਤਵਾਲ ਕਿਲੇਦਾਰ। ਤੇ ਸਾਡਾ ਇਤਿਹਾਸ ਇਹ ਕਹਿੰਦਾ ਹੈ ਕਿ ਇਹ ਗੁਰੂ ਘਰ ਦਾ ਬੜਾ ਸੱਚਾ ਸੁੱਚਾ ਸੇਵਕ ਸੀ ਹਰਿਦਾਸ। ਤੇ ਹਕੂਮਤ ਵੱਲੋਂ ਇਹਦੀ ਡਿਊਟੀ ਬੜੀ ਸਖਤ ਸੀ। ਇਹ ਗਵਾਲੀਅਰ ਛੱਡ ਕੇ ਕਿਧਰੇ ਬਾਹਰ ਨਹੀਂ ਸੀ ਜਾ ਸਕਦਾ। ਇਹ ਵੀ ਹਮੇਸ਼ਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਿਆ ਕਰਦਾ ਸੀ, ਮਹਾਰਾਜ ਮੈਂ ਤੇ ਗਵਾਲੀਅਰ ਛੱਡ ਕੇ ਜਾ ਨਹੀਂ ਸਕਦਾ ਹਾਂ, ਤੁਸੀਂ ਹੀ ਕਿਰਪਾ ਕਰੋ, ਕਿਸੇ ਨਾ ਕਿਸੇ ਆਨੇ ਬਹਾਨੇ ਇੱਥੇ ਆਵੋ, ਆਪਣੇ ਦੀਦਾਰ ਆਪਣੇ ਦਰਸ਼ਨਾਂ ਦੀ ਦਾਤ ਇਸ ਨਿਮਾਣੇ ਸੇਵਕ ਨੂੰ ਬਖਸ਼ੋ, ਆਪਣੀ ਸੇਵਾ ਦੀ ਦਾਤ ਬਖਸ਼ੋ। ਹੁਣ ਵੇਖੋ, ਮੰਗ ਅੰਦਰ ਕੇਵਲ ਗੁਰੂ ਕੇ ਦਰਸ਼ਨਾਂ ਦੀ ਗੱਲ ਹੈ, ਗੁਰੂ ਕੀ ਸੇਵਾ ਦੀ ਗੱਲ ਹੈ, ਉਹਦੇ ਤੋਂ ਬਿਨਾਂ ਹੋਰ ਦੂਜਾ ਉਹ ਕੁਝ ਨਹੀਂ ਮੰਗਦਾ ਹੈ। ਤੇ ਠੀਕ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗਵਾਲੀਅਰ ਦੇ ਕਿਲੇ 'ਚ ਜਾਣਾ, ਭਾਵੇਂ ਕੁਝ ਗੁਰੂ ਘਰ ਦੇ ਦੋਖੀ ਲੋਕਾਂ ਦੀਆਂ ਚਾਲਾਂ ਵੀ ਸ਼ਾਮਲ ਸਨ, ਪਰ ਨਾਲ ਦੀ ਨਾਲ ਉਹ ਗੁਰੂ ਨੇ ਕਈਆਂ ਨੂੰ ਬੰਦ ਖਲਾਸੀ ਬਖਸ਼ਣੀ ਸੀ ਤੇ ਕਈਆਂ ਨੂੰ ਆਪਣੇ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਸੀ। ਇਹ ਵੀ ਇੱਕ ਗੁਰੂ ਦਾ ਕੌਤਕ ਹੀ ਹੈ। ਕਬਹੂ ਅਪ ਕੀਰਤ ਮੈਂ ਆਵੈ, ਕਬਹੂ ਭਲਾ ਭਲਾ ਕਹਾਵੈ। ਸੋ ਉਹ ਅਰਦਾਸ ਉਹ ਹਰਦਾਸ ਨੇ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਵੀ ਦਰਸ਼ਨ ਬਖਸ਼ ਕੇ ਨਿਹਾਲ ਕਰ ਦਿੱਤਾ। ਉਹਨੇ ਫਿਰ ਖੂਬ ਗੁਰੂ ਮਹਾਰਾਜ ਜੀ ਦੀ ਸੇਵਾ ਵੀ ਕੀਤੀ ਜਿੰਨੀ ਦੇਰ ਸਤਿਗੁਰੂ ਉੱਥੇ ਰਹੇ। ਇਸੇ ਤਰ੍ਹਾਂ ਜੇ ਅਰਦਾਸ ਉਹ ਬਾਕੀ 52 ਰਾਜੇ ਕਰਦੇ ਨੇ ਮਹਾਰਾਜ ਨੂੰ, ਜਦੋਂ ਸਤਿਗੁਰੂ ਉੱਥੋਂ ਬਾਹਰ ਨਿਕਲਣ ਲੱਗੇ ਹਨ, ਮਹਾਰਾਜ ਸਾਡਾ ਵੀ ਸਹਾਰਾ ਬਣੋ, ਚਰਨ ਪਕੜ ਲਏ ਸਤਿਗੁਰਾਂ ਦੇ, ਬੜੇ ਭਰੋਸੇ ਬੜੇ ਪ੍ਰੇਮ ਬੜੀ ਪ੍ਰੀਤ ਬੜੀ ਪ੍ਰਤੀਤ ਦੇ ਨਾਲ ਗੁਰੂ ਅੱਗੇ ਤਰਲੇ ਕੀਤੇ। ਤੇ ਮਹਾਰਾਜ ਸੱਚੇ ਪਾਤਸ਼ਾਹ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ, ਉਹ ਸਤਿਗੁਰੂ ਨੇ ਰਹਿਮਤ ਕਰਕੇ ਤੇ ਹੋਰ ਕਈਆਂ ਦਾ ਉਧਾਰ ਕਰ ਦਿੱਤਾ, ਕਈਆਂ ਨੂੰ ਬੰਧਨ ਤੋਂ ਜੇਲ੍ਹ ਤੋਂ ਖਲਾਸੀ ਦੀ ਦਾਤ ਬਖਸ਼ ਦਿੱਤੀ। ਪਰ ਉਹ ਅਰਦਾਸ ਹੁਣ ਕਿਵੇਂ ਗੁਰੂ ਦੇ ਦਰ 'ਤੇ ਸੁਣੀ ਗਈ, ਜਦੋਂ ਇੱਕ ਪ੍ਰੀਤ ਇੱਕ ਪ੍ਰਤੀਤ ਇੱਕ ਭਰੋਸਾ ਇੱਕ ਯਾਦ ਇੱਕ ਸਿਮਰਨ ਇੱਕ ਚਿੰਤਨ ਬਣਿਆ। ਸੋ ਕਬੀਰ ਸਾਹਿਬ ਕਹਿੰਦੇ ਇਸੇ ਤਰ੍ਹਾਂ ਮਾਲਕ ਦੇ ਘਰ ਵੀ ਸਾਡੀ ਪੁਕਾਰ ਸੁਣੀ ਜਾਂਦੀ ਹੈ, ਪਰ ਗੱਲ ਹੈ ਕਿ ਅਸੀਂ ਨਿਮਾਣੇ ਬਣ ਕੇ ਦੀਨ ਬਣ ਕੇ ਮਾਲਕ ਨੂੰ ਦਿਨ ਰਾਤ ਧਿਆਉਂਦਿਆਂ ਹੋਇਆਂ ਮਾਲਕ ਦੇ ਦਰ 'ਤੇ ਪੁਕਾਰ ਕਰੀਏ, ਫਿਰ ਮਾਲਕ ਦੇ ਘਰ ਜ਼ਰੂਰ ਉਹ ਪੁਕਾਰ ਕਬੂਲ ਪੈਂਦੀ ਹੈ। ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਣੈ ਪੁਕਾਰ। ਅਗਲੇ ਸ਼ਲੋਕ 'ਚ ਕਬੀਰ ਸਾਹਿਬ ਫਰਮਾਨ ਕਰਦੇ ਹਨ, ਕਬੀਰ ਕਾਇਆ ਕਜਲੀ ਬਨ ਭਇਆ ਮਨ ਕੁੰਚਰ ਮੈਂ ਮੰਤ। ਕਬੀਰ ਸਾਹਿਬ ਕਹਿੰਦੇ ਇਹ ਜਿਹੜੀ ਕਾਇਆ ਹੈ ਨਾ, ਇਹ ਕਜਲੀ ਬਨ ਦੀ ਤਰ੍ਹਾਂ ਹੈ। ਹੁਣ ਕਜਲੀ ਬਨ ਇੱਕ ਤੇ ਇਹ ਮੰਨਿਆ ਜਾਂਦਾ ਹੈ ਕਿ ਰਿਖੀਕੇਸ਼ ਹਰਿਦੁਆਰ ਦੇ ਨੇੜੇ ਇੱਕ ਜੰਗਲ ਹੈ ਜਿੱਥੇ ਬਹੁਤੇ ਕੇਲਿਆਂ ਦੇ ਬੂਟੇ ਹਨ, ਤੇ ਉੱਥੇ ਬਹੁਤ ਸਾਰੇ ਹਾਥੀ ਰਹਿੰਦੇ ਹਨ ਕਿਉਂਕਿ ਉਹਨਾਂ ਨੂੰ ਉੱਥੋਂ ਖਾਣ ਦੇ ਲਈ ਖੁਰਾਕ ਮਿਲਦੀ ਹੈ। ਕਬੀਰ ਸਾਹਿਬ ਕਹਿੰਦੇ ਇਹ ਕਾਇਆ ਵੀ ਮਾਨੋ ਉਸ ਕਜਲੀ ਬਨ ਕੇਲਿਆਂ ਦੇ ਜੰਗਲ ਦੀ ਤਰ੍ਹਾਂ ਹੈ ਕਾਇਆ। ਤੇ ਇਸ ਕਾਇਆ ਦੇ ਅੰਦਰ ਕੌਣ ਵਰਤ ਰਿਹਾ ਹੈ? ਮਨ ਕੁੰਚਰ ਮੈਂ ਮੰਤ, ਮਨ ਰੂਪੀ ਹਾਥੀ। ਕੁੰਚਰ ਦਾ ਭਾਵ ਹੈ ਹਾਥੀ, ਮੈਂ ਮੰਤ ਦਾ ਭਾਵ ਹੈ ਮਾਇਆ ਦੇ ਨਸ਼ੇ ਦੇ ਵਿੱਚ ਮਦਹੋਸ਼, ਮਾਇਆ ਦੇ ਨਸ਼ੇ ਦੇ ਵਿੱਚ ਫਸਿਆ ਹੋਇਆ। ਇਹ ਮਨ ਰੂਪੀ ਹਾਥੀ ਮਸਤਿਆ ਪਿਆ ਹੈ ਇਸ ਕਾਇਆ ਇਸ ਸਰੀਰ ਰੂਪੀ ਜੰਗਲ ਦੇ ਅੰਦਰ, ਬਿਲਕੁਲ ਮਸਤਿਆ ਪਿਆ ਹੈ, ਚਾਰੇ ਪਾਸੇ ਨੂੰ ਭਟਕਦਾ ਹੈ, ਤਰ੍ਹਾਂ ਤਰ੍ਹਾਂ ਦੇ ਵਿਕਾਰਾਂ ਪਦਾਰਥਵਾਦੀ ਸੋਚਾਂ ਦੇ ਵਿੱਚ ਇਹ ਹਰ ਵਕਤ ਗਲਤਾਨ ਤੇ ਫਸਿਆ ਰਹਿੰਦਾ ਹੈ। ਮਨ ਦੀ ਇਹ ਹਾਲਤ ਹੈ ਜਿਹੜਾ ਮਨ ਕਾਇਆ ਦੇ ਅੰਦਰ ਵਰਤਦਾ ਹੈ। ਹੁਣ ਇਸ ਮਨ ਨੂੰ ਕਾਬੂ 'ਚ ਕਿੱਦਾਂ ਕੀਤਾ ਜਾ ਸਕਦਾ ਹੈ? ਅੰਕਸ ਗਿਆਨ ਰਤਨ ਹੈ ਖੇਵਟ ਬਿਰਲਾ ਸੰਤ। ਕਬੀਰ ਜੀ ਕਹਿੰਦੇ ਹੁਣ ਇਹ ਜਿਹੜਾ ਮਨ ਰੂਪੀ ਹਾਥੀ ਹੈ ਇਹਨੂੰ ਕਾਬੂ ਕਰਨਾ ਹੈ, ਕਿਉਂਕਿ ਆਪਾਂ ਅਕਸਰ ਇਹ ਵਿਚਾਰ ਕਰਦੇ ਹਾਂ ਕਿ ਸਰੀਰ ਕਰਕੇ ਮਨੁੱਖ ਕਰਮ ਕਰਦਾ ਹੈ, ਪਰ ਅਸਲ 'ਚ
ਕਰਮ ਅੰਦਰ ਬੈਠਾ ਮਨ ਕਰਵਾਉਂਦਾ ਹੈ। ਸਰੀਰ ਦਾ ਡਰਾਈਵਰ ਮਨ ਹੈ। ਜੋ ਮਨ ਤਨ ਨੂੰ ਹੁਕਮ ਕਰਦਾ ਹੈ, ਮਨ ਉਸੇ ਤਰ੍ਹਾਂ ਕਰਦਾ ਹੈ। ਜਿੱਧਰ ਮਨ ਅੱਖਾਂ ਨੂੰ ਵੇਖਣ ਦਾ ਹੁਕਮ ਕਰਦਾ ਹੈ, ਅੱਖਾਂ ਉੱਧਰ ਵੇਂਦੀਆਂ ਹਨ। ਜਿੱਧਰ ਮਨ ਪੈਰਾਂ ਨੂੰ ਚੱਲਣ ਦਾ ਹੁਕਮ ਕਰਦਾ ਹੈ, ਪੈਰ ਉੱਧਰ ਨੂੰ ਚੱਲਦੇ ਹਨ। ਜਿਹੜੇ ਕੰਮ ਕਰਨ ਦਾ ਹੁਕਮ ਮਨ ਹੱਥਾਂ ਨੂੰ ਦਿੰਦਾ ਹੈ, ਹੱਥ ਉਹ ਕੰਮ ਕਰਦੇ ਨੇ। ਅਤੇ ਜੋ ਜ਼ੁਬਾਨ ਨੂੰ ਬੋਲਣ ਦਾ ਹੁਕਮ ਮਨ ਕਰਦਾ ਹੈ, ਜ਼ੁਬਾਨ ਉਸੇ ਤਰ੍ਹਾਂ ਬੋਲਦੀ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਜੋ ਕਿਛ ਕੀਆ ਸੋ ਮਨ ਕੀਆ। ਅਸਲ 'ਚ ਸਾਡਾ ਕਰਤਾ ਧਰਤਾ ਮਨ ਹੈ। ਮਨ ਕਰਮ ਕਰਵਾਉਂਦਾ ਹੈ, ਤਨ ਉਸੇ ਤਰ੍ਹਾਂ ਕਰਮ ਕਰਦਾ ਹੈ। ਮਹਾਰਾਜ ਨੇ ਸਰੀਰ ਨੂੰ ਅਸਵਾਰੀ ਅਤੇ ਮਨ ਨੂੰ ਇਹਦਾ ਅਸਵਾਰ ਕਿਹਾ ਹੈ। ਕਾਇਆ ਨੂੰ ਘੋੜੀ ਅਤੇ ਜਿਹੜਾ ਮਨ ਹੈ ਉਹਨੂੰ ਕਾਇਆ ਦਾ ਘੋੜ ਅਸਵਾਰ ਕਿਹਾ ਹੈ। ਅਤੇ ਘੋੜ ਅਸਵਾਰ ਫਿਰ ਜਿੱਧਰ ਨੂੰ ਆਪਣੀ ਅਸਵਾਰੀ ਨੂੰ ਘੋੜੀ ਨੂੰ ਖੜਦਾ ਹੈ ਜਾਂ ਘੋੜੇ ਨੂੰ ਖੜਦਾ ਹੈ, ਉਹ ਫਿਰ ਉੱਧਰ ਹੀ ਦੜੰਗੇ ਲਾਉਂਦਾ ਜਾਂਦਾ ਹੈ, ਜਿੱਧਰ ਜਿੱਧਰ ਨੂੰ ਉਹ ਘੋੜ ਸਵਾਰ ਖੜਦਾ ਹੈ। ਇਸੇ ਤਰ੍ਹਾਂ ਮਨ ਨੂੰ ਜਿੱਧਰ ਜਿੱਧਰ ਵੀ ਤਨ ਨੂੰ ਮਨ ਹੁਕਮ ਕਰਦਾ ਜਾਂਦਾ ਹੈ, ਮਨ ਉਸੇ ਪਾਸੇ ਜਾਂਦਾ। ਮਨ ਦਾ ਹੁਕਮ ਹੈ ਗੁਰੂ ਕੇ ਦਰ 'ਤੇ ਜਾਣਾ ਹੈ, ਤਨ ਗੁਰਦੁਆਰੇ ਪਹੁੰਚ ਜਾਂਦਾ ਹੈ। ਮਨ ਦਾ ਹੁਕਮ ਹੈ ਕਿਸੇ ਮਾਰਕੀਟ ਬਾਜ਼ਾਰ 'ਚ ਜਾਣਾ ਹੈ, ਤਨ ਉੱਥੇ ਪਹੁੰਚ ਜਾਂਦਾ ਹੈ। ਮਨ ਦਾ ਹੁਕਮ ਹੈ ਕਿਸੇ ਰਿਸ਼ਤੇਦਾਰ ਸੰਬੰਧੀ ਦੇ ਕੋਲ ਜਾਣਾ ਹੈ, ਤਨ ਉੱਥੇ ਪਹੁੰਚ ਜਾਂਦਾ ਹੈ। ਜੋ ਮਨ ਅਕਸਰ ਕੋਈ ਦੂਜਾ ਸਾਨੂੰ ਕਵੇ ਕਿਸੇ ਜਗ੍ਹਾ 'ਤੇ ਜਾਣ ਦੇ ਲਈ, ਅਤੇ ਅਸੀਂ ਕਈ ਵਾਰ ਜਵਾਬ ਦਿੰਦੇ ਹਾਂ ਜੀ ਮਨ ਨਹੀਂ ਕਰਦਾ ਹੈ ਉੱਥੇ ਜਾਣ ਨੂੰ, ਮੈਂ ਨਹੀਂ ਜਾਣਾ ਹੈ। ਹਾਲਾਂਕਿ ਮਨ ਭਾਵੇਂ ਉੱਥੇ ਪਹੁੰਚ ਵੀ ਚੁੱਕਿਆ ਹੋਵੇ, ਪਰ ਕਿਉਂਕਿ ਤਨ ਨੇ ਮਨ ਦੇ ਹੁਕਮ ਮੁਤਾਬਕ ਹੀ ਕਦਮ ਪੁੱਟਣਾ ਹੈ। ਜਿੰਨੀ ਦੇਰ ਤੱਕ ਮਨ ਦੀ ਪਰਮਿਸ਼ਨ, ਮਨ ਦੀ ਆਗਿਆ ਨਹੀਂ ਮਿਲੀ, ਉਨੀ ਦੇਰ ਤੱਕ ਤਨ ਵੀ ਕਰਮ ਨਹੀਂ ਕਰ ਪਾਉਂਦਾ। ਇਸ ਕਰਕੇ ਮਹਾਰਾਜ ਕਹਿੰਦੇ ਜੋ ਕਿਛ ਕੀਆ ਸੋ ਮਨ ਕੀਆ। ਕਬੀਰ ਸਾਹਿਬ ਕਹਿੰਦੇ ਤਨ ਨੂੰ ਚਲਾਉਣ ਵਾਲਾ ਮਨ ਹੈ, ਅਤੇ ਇਸ ਮਨ ਨੂੰ ਜਿਹਨੇ ਕਾਬੂ ਕਰ ਲਿਆ, ਸਮਝ ਲਵੋ ਉਹਦੇ ਤਨ ਦੇ ਕਰਮ ਵੀ ਕਾਬੂ 'ਚ ਆ ਗਏ। ਜਿਹਦਾ ਮਨ ਇੱਕ ਮਰਿਆਦਾ 'ਚ ਵੱਜ ਗਿਆ, ਉਹਦੇ ਤਨ ਦੇ ਕਰਮ ਵੀ ਇੱਕ ਮਰਿਆਦਾ ਦੇ ਵਿੱਚ ਚੱਲਦੇ ਹਨ। ਹੁਣ ਇਹ ਮਨ ਨੂੰ ਕਾਬੂ ਕਿੱਦਾਂ ਕੀਤਾ ਜਾ ਸਕਦਾ ਹੈ? ਕਬੀਰ ਸਾਹਿਬ ਮਨ ਦੀ ਤਨ ਦੀ ਤੁਲਨਾ ਜੰਗਲ ਦੇ ਨਾਲ, ਮਨ ਦੀ ਤੁਲਨਾ ਹਾਥੀ ਦੇ ਨਾਲ ਕਰਦੇ ਹਨ, ਅਤੇ ਲੋਕ ਹਾਥੀ ਨੂੰ ਵੀ ਕਾਬੂ 'ਚ ਕਰ ਲੈਂਦੇ ਹਨ। ਅਤੇ ਇੱਕ ਮੁਹਾਵਤ ਹਾਥੀ ਨੂੰ ਕਾਬੂ 'ਚ ਕਰਕੇ ਅਤੇ ਫਿਰ ਉਹ ਹਾਥੀ ਦੇ ਸਿਰ 'ਤੇ ਗਰਦਨ 'ਤੇ ਬਹਿੰਦਾ ਹੈ, ਹੱਥ ਦੇ ਵਿੱਚ ਹੁੰਦਾ ਹੈ ਕੁੰਡਾ, ਅਤੇ ਜਿੱਧਰ ਨੂੰ ਉਹ ਚਾਹਵੇ ਹਾਥੀ ਨੂੰ ਉੱਧਰ ਹੀ ਤੋਰ ਕੇ ਲੈ ਜਾਂਦਾ ਹੈ। ਉਹਨੇ ਕਾਬੂ 'ਚ ਕਰ ਲਿਆ। ਕਬੀਰ ਸਾਹਿਬ ਕਹਿੰਦੇ ਜਿਵੇਂ ਇੱਕ ਮੁਹਾਵਤ ਹਾਥੀ ਨੂੰ ਕਾਬੂ 'ਚ ਕਰਕੇ ਅਤੇ ਹੱਥ ਦੇ ਵਿੱਚ ਪਕੜੇ ਹੋਏ ਕੁੰਡੇ ਦੇ ਨਾਲ ਉਹ ਹਾਥੀ ਨੂੰ ਬਿਠਾਉਂਦਾ ਵੀ ਹੈ, ਉਠਾਉਂਦਾ ਵੀ ਹੈ, ਚਲਾਉਂਦਾ ਵੀ ਹੈ, ਰੋਕ ਵੀ ਲੈਂਦਾ ਹੈ। ਇਸੇ ਤਰ੍ਹਾਂ ਗੁਰੂ ਦਾ ਜਿਹੜਾ ਗਿਆਨ ਹੈ ਨਾ, ਗੁਰੂ ਗਿਆਨ, ਉਹ ਮਾਨੋ ਉਸ ਕੁੰਡੇ ਦੀ ਤਰ੍ਹਾਂ ਹੈ, ਲੋਹੇ ਦੇ ਕੁੰਡੇ ਦੀ ਤਰ੍ਹਾਂ ਹੈ, ਜਿਹਦੇ ਨਾਲ ਮਨ ਨੂੰ ਕਾਬੂ 'ਚ ਕੀਤਾ ਜਾ ਸਕਦਾ ਹੈ, ਮਨ ਨੂੰ ਬਿਠਾਇਆ ਟਿਕਾਇਆ ਜਾ ਸਕਦਾ ਹੈ। ਪਰ ਇਹ ਜਿਹੜਾ ਗਿਆਨ ਦਾ ਕੁੰਡਾ ਹੈ, ਹਰ ਕਿਸੇ ਨੂੰ ਪ੍ਰਾਪਤ ਨਹੀਂ ਹੁੰਦਾ। ਖੇਵਟ ਵਿਰਲਾ ਸੰਤ, ਕੋਈ ਵਿਰਲਾ ਹੀ ਗੁਰਮੁਖ ਜਨ ਹੁੰਦਾ ਹੈ ਜਿਹੜਾ ਗੁਰੂ ਕੋਲੋਂ ਮਨ ਨੂੰ ਕਾਬੂ ਕਰਨ ਦਾ ਗਿਆਨ ਲੈਂਦਾ ਹੈ, ਅਤੇ ਉਹ ਫਿਰ ਮਨ ਨੂੰ ਟਿਕਾ ਲੈਂਦਾ ਹੈ, ਮਨ ਨੂੰ ਠਹਿਰਾ ਲੈਂਦਾ ਹੈ। ਸਤਿਗੁਰੂ ਨੇ ਮਨ ਦੇ ਭਟਕਣ ਦਾ ਕਾਰਨ ਵੀ ਦੱਸਿਆ ਹੈ। ਮਨ ਨੂੰ ਟਿਕਾਇਆ ਕਿੱਦਾਂ ਜਾ ਸਕਦਾ ਹੈ, ਇਹ ਵੀ ਗੁਰੂ ਕੀ ਬਾਣੀ ਨੇ ਸਾਨੂੰ ਸੇਧਾਂ ਅਤੇ ਗਿਆਨ ਬਖਸ਼ਿਆ ਹੈ। ਜਬ ਧਾਰੈ ਕੋ ਮੈਰੀ ਮੀਤ, ਤਬ ਲਗ ਨਿਹਚਲ ਨਾਹੀ ਚੀਤ। ਅਤੇ ਇਹ ਮਨ ਨੂੰ ਟਿਕਾਇਆ ਕਿੱਦਾਂ ਜਾ ਸਕਦਾ ਹੈ? ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ, ਇਹ ਮਨ ਹੋ ਰਹੀ ਹੈ। ਗੁਰੂ ਕੇ ਸ਼ਬਦ ਦੇ ਕੁੰਡੇ ਦੇ ਨਾਲ ਹੀ ਮਨ ਨੂੰ ਟਿਕਾਇਆ ਜਾ ਸਕਦਾ, ਗੁਰੂ ਕੇ ਗਿਆਨ ਸਦਕਾ। ਸੋ ਕਬੀਰ ਸਾਹਿਬ ਕਹਿੰਦੇ ਜਿਨ੍ਹੇ ਗੁਰੂ ਕੋਲੋਂ ਗਿਆਨ ਦਾ ਕੁੰਡਾ ਹਾਸਲ ਕਰ ਲਿਆ ਔਰ ਉਸ ਗਿਆਨ ਨੂੰ ਆਪਣੇ ਜੀਵਨ ਦੇ ਅੰਦਰ ਵਰਤ ਲਿਆ, ਉਹ ਫਿਰ ਮਨ ਨੂੰ ਕਾਬੂ 'ਚ ਕਰ ਲੈਂਦਾ ਹੈ। ਕਬੀਰ ਰਾਮ ਰਤਨ ਮੁਖ ਕੋਥਰੀ, ਪਾਰਖ ਆਗੈ ਖੋਲ। ਕਬੀਰ ਸਾਹਿਬ ਕਹਿੰਦੇ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਮਾਨੋ ਇੱਕ ਬਹੁਤ ਕੀਮਤੀ ਰਤਨ ਹੈ,
ਬੜਾ ਕੀਮਤੀ ਪਦਾਰਥ। ਬਲਕਿ ਜਦੋਂ ਆਪਾਂ ਗੁਰੂ ਕੀ ਬਾਣੀ ਨੂੰ ਵਿਚਾਰ ਸਹਿਤ ਵਿਸਥਾਰ ਸਹਿਤ ਪੜ੍ਹਦੇ ਹਾਂ ਤੇ ਮਹਾਰਾਜ ਸਭ ਤੋਂ ਅਮੋਲਕ ਤੇ ਸਭ ਤੋਂ ਕੀਮਤੀ ਅਕਾਲ ਪੁਰਖ ਦੇ ਨਾਮ ਨੂੰ ਬਿਆਨ ਕਰਦੇ ਹਨ। ਕੁਝ ਚੀਜ਼ਾਂ ਨੂੰ ਸਤਿਗੁਰੂ ਨੇ ਬਾਣੀ 'ਚ ਕਿਹਾ ਬਹੁਤ ਕੀਮਤੀ, ਕਾਇਆ ਨੂੰ ਵੀ ਸਤਿਗੁਰੂ ਨੇ ਕਿਹਾ ਬੜੀ ਕੀਮਤੀ ਹੈ, ਪਰ ਨਾਲ ਇਹ ਵੀ ਸਾਨੂੰ ਸੁਚੇਤ ਕਰਕੇ ਸਮਝਾਇਆ ਕਿ ਹੈ ਬੜੀ ਕੀਮਤੀ ਦਾਤ, ਦਾਤੇ ਨੇ ਤੁਰੁੱਠ ਕੇ ਤੈਨੂੰ ਬਖਸ਼ੀ ਹੈ, ਪਰ ਤੂੰ ਇਹਦੇ ਮੁੱਲ ਨੂੰ ਕੀਮਤ ਨੂੰ ਨਹੀਂ ਸਮਝਿਆ ਤੇ ਇਹ ਹੀਰੇ ਵਰਗੇ ਜਨਮ ਨੂੰ ਤੂੰ ਕੌਡੀਆਂ ਦੇ ਭਾਅ ਗਵਾਉਂਦਾ ਪਿਆ ਹੈ। ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕਾਰਨ ਕੀ ਹੈ? ਅਗਿਆਨਤਾ, ਅਗਿਆਨਤਾ ਕਰਕੇ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਪਰਮਾਤਮਾ ਦਾ ਨਾਮ ਬੜਾ ਅਮੋਲਕ ਰਤਨ ਹੈ, ਬਹੁਤ ਅਮੋਲਕ ਰਤਨ ਹੈ। ਔਰ ਇਹ ਅਮੋਲਕ ਨਾਮ ਰਤਨ ਦੀ ਦਾਤ ਮਿਲਦੀ ਹੈ ਗੁਰੂ ਕੋਲੋਂ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਹੁਣ ਕਿਉਂਕਿ ਅਸੀਂ ਸਮਾਜ ਅੰਦਰ ਸੰਸਾਰ ਅੰਦਰ ਵਿਚਰਦੇ ਹਾਂ, ਇੱਥੇ ਸਾਰੀ ਦੀ ਸਾਰੀ ਬਾਹਰ ਦੇ ਪਦਾਰਥਾਂ ਦੀ ਮਾਇਆ ਦੀ ਧਨ ਦੀ ਖੇਡ ਹੈ, ਜਿਸ ਕਰਕੇ ਸਾਨੂੰ ਲੱਗਦਾ ਹੈ ਬਾਹਰ ਦੇ ਪਦਾਰਥ ਧਨ ਇਹ ਚੀਜ਼ਾਂ ਕੀਮਤੀ ਨੇ ਤੇ ਸਾਡੀ ਫਿਰ ਉਸੇ ਤਰ੍ਹਾਂ ਦੀ ਦੌੜ, ਉਸੇ ਤਰ੍ਹਾਂ ਦੇ ਯਤਨ, ਉਸੇ ਤਰ੍ਹਾਂ ਦੇ ਉਦਮ ਵੀ ਹੁੰਦੇ ਹਨ। ਗੁਰੂ ਮਹਾਰਾਜ ਸਾਨੂੰ ਇਹ ਸੰਸਾਰੀ ਪੱਧਰ ਤੋਂ ਉੱਪਰ ਚੁੱਕ ਕੇ ਅਧਿਆਤਮਕ ਪੱਧਰ 'ਤੇ ਖੜਦੇ ਹਨ। ਸਰੀਰ ਤੋਂ ਅੱਗੇ ਰੂਹ ਤੇ ਆਤਮਾ ਦੀ ਗੱਲ ਗੁਰੂ ਕਰਦੇ ਹਨ ਕਿ ਤੇਰੀ ਜਿੰਦ ਦਾ ਸਾਥੀ ਕਿਹੜਾ ਹੈ, ਤੇਰੀ ਆਤਮਾ ਤੇਰੀ ਰੂਹ ਦਾ ਸਾਥੀ ਕਿਹੜਾ ਹੈ, ਤੇਰੇ ਅੰਦਰ ਦੀ ਮਾਨਸਿਕ ਤੰਦਰੁਸਤੀ ਦਾ ਸਰੋਤ ਕੀ ਹੈ? ਅਕਾਲ ਪੁਰਖ ਪਰਮਾਤਮਾ ਦਾ ਨਾਮ, ਜਿਹਦੇ ਨਾਲ ਤੇਰੇ ਅੰਦਰ ਨੂੰ ਤੰਦਰੁਸਤੀ, ਤੇਰੇ ਅੰਦਰ ਨੂੰ ਖੇੜਾ ਮਿਲਦਾ ਹੈ। ਤੇ ਜੇ ਅੰਦਰ ਖਿੜਿਆ ਹੈ ਤੇਰਾ ਬਾਹਰ ਦਾ ਜੀਵਨ ਵੀ ਖਿੜਿਆ ਹੋਏਗਾ, ਤੇ ਜੇ ਅੰਦਰ ਖੇੜਾ ਨਹੀਂ ਹੈ ਤੇ ਫਿਰ ਬਾਹਰ ਜਿੰਨੇ ਮਰਜ਼ੀ ਪਦਾਰਥ ਹੋਣ, ਹਜੂਰ ਕਹਿੰਦੇ ਵੱਡੇ ਵੱਡੇ ਜੋ ਦੀਸੈ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ। ਹੁਣ ਪਦਾਰਥ ਦਾ ਕੋਈ ਘਾਟਾ ਨਹੀਂ ਹੈ, ਪਰ ਚਿੰਤਾ 'ਚ ਫਸਿਆ ਹੋਇਆ ਹੈ। ਜਿਸ ਚੀਜ਼ ਨੇ ਚਿੰਤਾ ਤੋਂ ਮੁਕਤ ਕਰਨਾ ਸੀ ਉਹਦੇ ਤੋਂ ਟੁੱਟਿਆ ਹੋਇਆ ਹੈ। ਜਿਵੇਂ ਪਿੱਛੇ ਵੀ ਕੱਲ ਕਬੀਰ ਸਾਹਿਬ ਦੇ ਸਲੋਕਾਂ 'ਚ ਅਸੀਂ ਵਿਚਾਰਿਆ ਕਿ ਚਿੰਤਤ ਕੌਣ ਹੈ? ਜਿਹੜਾ ਪਰਮਾਤਮਾ ਤੋਂ ਟੁੱਟਿਆ ਹੈ। ਸੋ ਮਹਾਰਾਜ ਕਹਿੰਦੇ ਨਾਮ ਰਤਨ ਸਭ ਤੋਂ ਅਮੋਲਕ ਦਾਤ ਹੈ ਸਾਡੇ ਆਤਮਕ ਅਧਿਆਤਮਕ ਜੀਵਨ ਦੇ ਲਈ। ਗੁਰੂ ਕੋਲੋਂ ਇਹ ਨਾਮ ਰੂਪੀ ਰਤਨ ਦੀ ਦਾਤ ਮਿਲਦੀ ਹੈ। ਇਹ ਗੁਰੂ ਕੋਲੋਂ ਭਿਖਾਰੀ ਬਣ ਕੇ ਮੰਗਤੇ ਬਣ ਕੇ ਇਹ ਨਾਮ ਰਤਨ ਦੀ ਦਾਤ ਪ੍ਰਾਪਤ ਕਰਕੇ ਇਹਨੂੰ ਆਪਣੇ ਕੋਲ ਸੰਭਾਲ ਕੇ ਰੱਖਣਾ ਹੈ। ਤੇ ਜੇ ਖੋਲ੍ਹਣਾ ਵੀ ਹੈ ਵੰਡਣਾ ਵੀ ਹੈ ਤੇ ਪਾਰਖ ਆਗੈ ਖੋਲ, ਉਹਦੇ ਅੱਗੇ ਖੋਲੋ ਜਿਹੜਾ ਇਹਦਾ ਪਾਰਖੂ ਹੈ, ਕਿਉਂਕਿ ਬਹੁਤ ਐਸੇ ਹਨ। ਕਬੀਰ ਸਾਹਿਬ ਨੇ ਸਲੋਕਾਂ 'ਚ ਹੀ ਗੱਲ ਕੀਤੀ ਹੈ ਕਿ ਕਿਹਦੇ ਅੱਗੇ ਗੰਠੜੀ ਖੋਲੀਏ, ਨਹਿ ਪੱਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਤੇ ਹਜੂਰ ਬਾਣੀ 'ਚ ਕਹਿੰਦੇ ਅੰਮ੍ਰਿਤ ਕੀ ਸਾਰ ਸੋਈ ਜਾਣੈ ਜੇ ਅੰਮ੍ਰਿਤ ਕਾ ਵਪਾਰੀ ਜੀਓ। ਅੰਮ੍ਰਿਤ ਦੀ ਸਾਰ ਤੇ ਆਖਰ ਅੰਮ੍ਰਿਤ ਦਾ ਵਪਾਰੀ ਜਾਣਦਾ ਹੈ। ਫੁੱਲਾਂ ਦੀ ਸਾਰ ਇੱਕ ਫੁੱਲਾਂ ਦਾ ਰਸੀਆ ਹੀ ਜਾਣਦਾ ਹੈ, ਹੋਰ ਕਿਸੇ ਦੂਜੇ ਨੂੰ। ਪਾਨਾਵਾੜੀ ਹੋਏ ਘਰ ਖਰ ਸਾਰ ਨਾ ਜਾਣੈ, ਰਸੀਆ ਹੋਏ ਮੁਸ਼ਕ ਕਾ ਤੋ ਫੂਲ ਪਛਾਣੈ। ਮਹਾਰਾਜ ਕਹਿੰਦੇ ਹੁਣ ਇਹ ਨਾਮ ਰਤਨ ਜੇ ਮਾਲਕ ਨੇ ਗੁਰੂ ਨੇ ਤੁਰੁੱਠ ਕੇ ਤੈਨੂੰ ਬਖਸ਼ਿਆ ਹੈ, ਇਹਨੂੰ ਆਪਣੇ ਕੋਲ ਸੰਭਾਲ ਕੇ ਰੱਖ। ਤੇ ਜੇ ਕੋਈ ਅੱਗੇ ਪਾਰਖੂ ਮਿਲਦਾ ਹੈ, ਨਾਮ ਰਤਨ ਦਾ ਵਪਾਰੀ ਮਿਲਦਾ ਹੈ, ਨਾਮ ਰਸੀਆ ਕੋਈ ਮਿਲਦਾ ਹੈ ਤੇ ਉਹਦੇ ਅੱਗੇ ਇਹਦੀ ਗੰਠੜੀ ਖੋਲ੍ਹਣੀ ਹੈ। ਕੋਈ ਆਏ ਮਿਲੈ ਗੋ ਗਾਹਕੀ, ਲਿਖ ਗੋ ਮਹਿੰਗੇ ਮੋਲ। ਕਬੀਰ ਸਾਹਿਬ ਕਹਿੰਦੇ ਕੋਈ ਚੰਗਾ ਗਾਹਕ ਮਿਲ ਜਾਏ, ਭਾਵ ਕੋਈ ਸਤ ਸੰਗੀ ਮਿਲ ਜਾਏ, ਤੇ ਜਿਹੜਾ ਵਾਕਿਆ ਹੀ ਸਤ ਦਾ ਸੰਗੀ ਹੈ ਨਾ, ਉਹ ਗੁਰੂ ਕੋਲੋਂ ਜਿੰਨਾ ਮਰਜ਼ੀ ਮੁੱਲ ਦੇਣਾ ਪਵੇ ਦੇ ਕੇ ਨਾਮ ਰਤਨ ਦੀ ਦਾਤ ਲੈ ਲੈਂਦਾ ਹੈ। ਤੇ ਹੁਣ ਉਹ ਜਿਹੜਾ ਮੁੱਲ ਨਾਮ ਰਤਨ ਹਾਸਲ ਕਰਨ ਦੇ ਲਈ ਲੈਣਾ ਤਾਰਨਾ ਪੈਂਦਾ ਹੈ, ਉਹ ਕੋਈ ਬਾਹਰ ਦੇ ਪਦਾਰਥਾਂ ਦਾ ਮੁੱਲ ਨਹੀਂ ਹੈ। ਕਬੀਰ ਸਾਹਿਬ ਕਹਿੰਦੇ ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਨਾਮ ਧਨ ਖਰੀਦਣ ਦਾ ਇੱਕੋ ਇੱਕ ਤਰੀਕਾ ਹੈ, ਮਨ ਗੁਰੂ ਨੂੰ ਸਮਰਪਿਤ ਕਰਕੇ ਗੁਰੂ ਅੱਗੇ ਝੋਲੀ ਅੱਡ ਕੇ ਨਾਮ ਰਤਨ ਦੀ ਦਾਤ ਝੋਲੀ 'ਚ ਪਵਾਣੀ। ਕਬੀਰ ਰਾਮ ਨਾਮ ਨਹੀਂ ਜਾਣੇ, ਕਬੀਰ ਰਾਮ ਨਾਮ ਜਾਣਿਓ ਨਹੀਂ, ਪਾਲਿਓ ਕਟਕ ਕਟੰਬ
ਕਬੀਰ ਸਾਹਿਬ ਕਹਿੰਦੇ ਮਨੁੱਖ ਪਰਮਾਤਮਾ ਦੇ ਨਾਮ ਨੂੰ ਤੇ ਜਾਣਦਾ ਨਹੀਂ ਹੈ। ਭਾਵ ਨਾਮ ਧਨ ਦੇ ਨਾਲ, ਸਿਮਰਨ ਦੇ ਨਾਲ, ਇਬਾਦਤ ਦੇ ਨਾਲ ਜਿਹੜੀ ਸਾਂਝ ਇਹਨੇ ਬਣਾਉਣੀ ਸੀ ਉਹ ਸਾਂਝ ਨਹੀਂ ਬਣਾਈ, ਤੇ ਕੇਵਲ ਘਰ ਪਰਿਵਾਰ ਨੂੰ ਪਾਲਣ ਦੇ ਵਿੱਚ ਹੀ ਜੀਵਨ ਲੰਘਾ ਦਿੱਤਾ। ਹੁਣ ਗੁਰੂ ਨੇ ਇਹ ਸਾਨੂੰ ਸਭ ਨੂੰ ਸਮਝਾਇਆ ਕਿ ਸਗਲ ਧਰਮ ਮੈਂ ਗ੍ਰਸਤ ਪ੍ਰਧਾਨ। ਗੁਰੂ ਕਾ ਸਿੱਖ ਆਪਣੇ ਘਰ ਦੀਆਂ, ਪਰਿਵਾਰ ਦੀਆਂ ਜਿੰਨੀਆਂ ਵੀ ਜ਼ਿੰਮੇਵਾਰੀਆਂ ਨੇ ਉਹ ਸੰਭਾਲੇ। ਸਤਿਗੁਰੂ ਸਾਹਿਬਾਨਾਂ ਨੇ ਆਪ ਉਹ ਸਾਰੀਆਂ ਜ਼ਿੰਮੇਵਾਰੀਆਂ ਸੰਭਾਲ ਕੇ ਤੇ ਸਾਨੂੰ ਸਿਖਾਇਆ ਹੈ ਕਿ ਕਿਵੇਂ ਜੀਵਨ ਦਾ ਬੈਲੈਂਸ ਬਣਾ ਕੇ ਜੀਵਨ ਬਤੀਤ ਕਰਨਾ ਹੈ। ਪਰਿਵਾਰ ਦੇ ਫਰਜ਼ ਵੀ ਨਿਭਾਉਣੇ ਹਨ, ਪਰ ਨਾਲ ਦੀ ਨਾਲ ਜਿਹੜਾ ਜੀਵਨ ਦਾ ਮੁੱਖ ਮਕਸਦ ਹੈ ਉਹਨੂੰ ਵੀ ਚੇਤੇ ਰੱਖਣਾ ਹੈ। ਜਿਹੜੇ ਲੋਕ ਕੇਵਲ ਜੋਗ ਵਾਲੇ ਪਾਸੇ ਚਲੇ ਗਏ ਤੇ ਪਰਿਵਾਰ ਛੱਡ ਹੀ ਦਿੱਤਾ, ਮਹਾਰਾਜ ਨੇ ਉਹਨਾਂ ਨੂੰ ਕਬੂਲ ਨਹੀਂ ਕੀਤਾ, ਜੋਗੀਆਂ ਨੂੰ। ਤੇ ਜਿਹੜੇ ਕੇਵਲ ਘਰ ਪਰਿਵਾਰ ਧੰਦਿਆਂ ਦੇ ਵਿੱਚ ਹੀ ਫਸੇ ਗਰਸੇ ਪਏ ਸਨ, ਮਾਇਆ ਧਾਰੀ, ਗੁਰੂ ਨੇ ਉਹਨਾਂ ਨੂੰ ਵੀ ਕਬੂਲ ਪ੍ਰਵਾਨ ਨਹੀਂ ਕੀਤਾ। ਮਹਾਰਾਜ ਕਹਿਣ ਲੱਗੇ ਕਿ ਸੰਸਾਰ ਤੇ ਪਰਿਵਾਰ ਦੇ ਵਿੱਚ ਰਹਿਣਾ ਸਾਡਾ ਪਰਿਵਾਰਕ ਫਰਜ਼ ਹੈ, ਪਰ ਜਿਸ ਵੱਖਰ ਕੋ ਲੈਣ ਤੋਂ ਆਇਆ ਉਸ ਚੀਜ਼ ਦਾ ਵੀ ਚੇਤਾ ਹੋਣਾ ਚਾਹੀਦਾ ਹੈ ਜੋ ਜੀਵਨ ਦਾ ਮਨੋਰਥ ਹੈ, ਤੇ ਉਹ ਜੀਵਨ ਕਿੱਦਾਂ ਇੱਕ ਬੈਲੈਂਸ ਬਣਾ ਕੇ ਆਪਣਾ ਜੀਵਨ ਬਤੀਤ ਕਰਨਾ ਹੈ। ਉਹਦੇ ਲਈ ਮਹਾਰਾਜ ਨੇ ਬਾਕਮਾਲ ਇਹ ਉਦਾਹਰਨਾਂ ਦਿੱਤੀਆਂ ਹਨ ਕਿ ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨ ਛਾਣੈ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਕਮਲ ਦੇ ਫੁੱਲ ਦੀ ਵਾਰ-ਵਾਰ ਬਾਣੀ 'ਚ ਉਦਾਹਰਣ ਦਿੱਤੀ ਗਈ ਹੈ ਕਿ ਉਹਦੇ ਤੋਂ ਜਿਉਣਾ ਸਿੱਖੋ, ਕਿਉਂਕਿ ਸੰਸਾਰ ਕੀ ਹੈ? ਤਿਤ ਸਰਵਰੜੈ ਭਈ ਲੈ ਨਿਵਾਸਾ ਪਾਣੀ, ਪਾਵਕ ਤਿਨੈ ਕੀਆ ਪੰਕਜ, ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੈ ਡੂਬੀ। ਸੰਸਾਰ ਇੱਕ ਉਸ ਸਰੋਵਰ ਦੀ ਤਰ੍ਹਾਂ ਹੈ ਜਿਸ ਸਰੋਵਰ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਹੈ, ਮੋਹ ਦਾ ਚਿੱਕੜ ਹੈ, ਮੋਹ ਦੀ ਦਲਦਲ ਹੈ। ਕਿਸੇ ਪਾਸਿਓਂ ਤ੍ਰਿਸ਼ਨਾ ਰੁਕਾਵਟ ਬਣਦੀ ਹੈ, ਕਿਸੇ ਪਾਸਿਓਂ ਮੋਹ ਰੁਕਾਵਟ ਬਣਦਾ ਹੈ, ਤੇ ਬੰਦਾ ਰੱਬ ਵਾਲੇ ਪਾਸਿਓਂ, ਗੁਰੂ ਵਾਲੇ ਪਾਸਿਓਂ ਟੁੱਟ ਜਾਂਦਾ ਹੈ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਰੱਬ ਤੋਂ ਟੁੱਟ ਗਿਆ, ਜੀਵਨ 'ਚੋਂ ਗੁਣ ਖਤਮ ਹੋ ਗਏ, ਜੀਵਨ ਬਣ ਗਿਆ ਅਵਗਣਾ ਹੀ ਅਵਗਣਾ ਭਰਪੂਰ। ਸੋ ਮਹਾਰਾਜ ਕਹਿੰਦੇ ਜਿੱਦਾਂ ਕਮਲ ਦਾ ਫੁੱਲ ਹੈ, ਚਿੱਕੜ 'ਚ ਹੈ, ਤਲਾਬ 'ਚ ਹੈ, ਪਰ ਫਿਰ ਵੀ ਉਹ ਪਾਣੀ ਚਿੱਕੜ ਤੋਂ ਆਪਣੀਆਂ ਪੰਖੜੀਆਂ ਨੂੰ ਪੂਰੀ ਤਰ੍ਹਾਂ ਨਿਰਲੇਪ ਰੱਖ ਕੇ ਤੇ ਐਨ ਖਿੜਿਆ ਹੋਇਆ ਸਭ ਨੂੰ ਖੁਸ਼ੀਆਂ ਤੇ ਖੇੜੇ ਵੰਡਦਾ ਹੈ। ਬਿਲਕੁਲ ਇਸੇ ਤਰ੍ਹਾਂ ਦਾ ਤੇਰਾ ਜੀਵਨ ਹੋਵੇ। ਠੀਕ ਹੈ, ਇੱਥੇ ਤ੍ਰਿਸ਼ਨਾ ਦੀ ਅੱਗ ਵੀ ਹੈ, ਮੋਹ ਦਾ ਚਿੱਕੜ ਵੀ ਹੈ, ਵਿਕਾਰਾਂ ਦੀ ਦਲਦਲ ਵੀ ਹੈ, ਪਰ ਕਮਲ ਤੋਂ ਜਿਉਣਾ ਸਿੱਖਣਾ ਹੈ ਤੇ ਉਸੇ ਤਰ੍ਹਾਂ ਦਾ ਨਿਰਲੇਪ ਜੀਵਨ ਬਣਾਉਣਾ ਹੈ। ਅਗਵਾਈ ਗੁਰੂ ਬਖਸ਼ਦੇ ਹਨ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਪਰ ਕਬੀਰ ਸਾਹਿਬ ਕਹਿੰਦੇ ਗੱਲ ਉਦੋਂ ਵਿਗੜਦੀ ਹੈ ਜਦੋਂ ਬੰਦਾ ਪਰਿਵਾਰ ਧੰਦੇ ਦੇ ਵਿੱਚ ਤੇ ਫਸ ਜਾਂਦਾ ਹੈ, ਪਰ ਧਰਮ ਇਹਨੂੰ ਭੁੱਲ ਜਾਂਦਾ ਹੈ। ਰਾਮ ਨਾਮ ਜਾਣਿਓ ਨਹੀਂ ਚੇਤੇ ਪਰਮਾਤਮਾ ਅਕਾਲ ਪੁਰਖ ਦਾ ਨਾਮ, ਪਾਲਿਓ ਕਟਕ ਕਟੰਬ, ਤੇ ਦਿਨ ਰਾਤ ਬਸ ਪਰਿਵਾਰ ਨੂੰ, ਸੰਸਾਰ ਨੂੰ ਪਾਲਣ ਦੇ ਵਿੱਚ ਹੀ ਇਹ ਲੱਗਿਆ ਰਹਿੰਦਾ ਹੈ। ਤੇ ਅਖੀਰ ਬਣਦਾ ਕੀ ਆ? ਧੰਦੇ ਹੀ ਮੈਂ ਮਰ ਗਿਓ, ਬਾਹਰ ਭਈ ਨਾ ਬੰਬ। ਕਹਿਣ ਲੱਗੇ ਧੰਦਿਆਂ ਦੇ ਵਿੱਚ ਹੀ ਇਹਦਾ ਜੀਵਨ ਖਤਮ ਹੋ ਜਾਂਦਾ। ਕਦੇ ਵੀ ਅੰਦਰ ਹਿਰਦੇ 'ਚੋਂ ਰਸਨਾ ਤੋਂ ਅਕਾਲ ਪੁਰਖ ਦਾ ਨਾਮ ਬਾਹਰ ਨਹੀਂ ਆਉਂਦਾ। ਭਾਵ ਪਰਮਾਤਮਾ ਦੇ ਨਾਮ ਤੋਂ, ਇਬਾਦਤ ਤੋਂ ਟੁੱਟਿਆ। ਚੱਲਿਓ ਜਵਾਰੀ ਦੋਏ ਕਰ ਝਾਰ, ਖਾਲੀ ਸੰਸਾਰ 'ਚ ਆਇਆ, ਖਾਲੀ ਦਾ ਖਾਲੀ ਸੰਸਾਰ ਤੋਂ ਤੁਰ ਗਿਆ। ਜਿਹੜੇ ਮਨੋਰਥ ਨੂੰ ਮੁੱਖ ਰੱਖ ਕੇ ਜੀਵਨ ਮਿਲਿਆ ਸੀ, ਉਹ ਮਨੋਰਥ ਨੂੰ ਹਾਸਲ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ। ਉਸ ਮਨੋਰਥ ਦੇ ਨੇੜੇ ਵੀ ਨਹੀਂ ਪਹੁੰਚ ਸਕਿਆ। ਕਾਰਨ ਕੀ? ਨਾ ਗੁਰੂ ਕੋਲੋਂ ਗਿਆਨ ਲਿਆ, ਨਾ ਅਕਾਲ ਪੁਰਖ ਦੇ ਨਾਮ ਧਨ ਦੇ ਨਾਲ ਜੁੜਿਆ, ਤੇ ਨਾ ਜੀਵਨ ਨੂੰ ਸੁਕਰਮੀ ਤੇ ਸਤ ਸੰਗੀ ਬਣਾਇਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ। ਭਗਤ ਕਬੀਰ ਸਾਹਿਬ ਜੋ ਇਹਨਾਂ ਆਪਣੇ ਪਾਵਨ ਪਵਿੱਤਰ ਸਲੋਕਾਂ ਦੇ ਰਾਹੀਂ ਸਾਨੂੰ ਵਿਚਾਰਾਂ ਸਮਝਾ ਰਹੇ ਨੇ, ਗਿਆਨ ਦੀਆਂ ਦਾਤਾਂ ਜੋ ਸਾਡੀ ਝੋਲੀ 'ਚ ਪਾ ਰਹੇ ਨੇ, ਉਹ ਗਿਆਨ ਦੇ ਧਾਰਨੀ ਬਣੀਏ।
ਕਬੀਰ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨ ਉਪਦੇਸ਼ ਜੀਵਨ ਦਾ ਆਧਾਰ ਬਣਾਈਏ। ਜੀਵਨ ਸਫਲ ਹੋਵੇ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਕਰਦਿਆਂ ਅਣਜਾਣ ਦਾਸਰੇ ਪਾਸੋਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਤਰੁੱਟੀਆਂ ਨਾ ਚਿਤਾਰਨੀਆਂ। ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ।